सूतक, थल है सूतक, सूतक ओपत होई, जन्मे सूतक, मुए फुन सूतक, सूतक परज बिगोई। कहो रे पंडिया कौन पविता, ऐसा ज्ञान जपो मेरे मीता। रहाओ नैनो सूतक, बैनो सूतक, सूतक श्रमणी होई, उठत बैठत सूतक लागै, सूतक परै रसोई। फासन की विद सबको जाने, छूटन की एक कोई। कह कबीर राम हृदय विचारै, सूतक तिनै न होई। वाहिगुरु जी का खालसा, वाहिगुरु जी की फतेह। भगत कबीर जी ने इस पावन शब्द के अंदर एक बहुत प्रचलित भरम की निवृत्ति वास्ते पंडित नूं संबोधन करदियां कहा, कौरे पंडिया कौन पविता। क्योंकि पंडित शब्द के अर्थ ते बहुत ने, ब्राह्मण शब्द के अर्थ ते बहुत ने, पर जे देखा जाए तो इन्हां पंडितां ते ब्राह्मणां ने भोली भाली प्रजा नूं ऐसे भरमां विच फसाया जिन्हां भरमां विचों निकलना बहुत मुश्किल है। समय समय महापुरखां ने परोपकार किया कि भोली भाली जनता नूं इन्हां भरमां तो बचण लई बचाया, समझाया। ते उहदे लई जिहड़ा इन्हां भरमां नूं पैदा करन वाला है या इहदा प्रचार करन वाला, उहदे नाल सीधी गल कीती। कहो रे पंडिया कौन पविता। हे पंडित, हे विचारवान, ये दसना कर कि किहड़ी जगह पवित्र है, किसनूं तू पवित्र कहेंगा। ऐसा ज्ञान जपो मेरे मीता। हे मेरे मित्र, तू इस ज्ञान नूं जपो दा मतलब विचार ना कर, दृढ़ ना कर। क्योंकि ब्राह्मण ने कुछ ऐसियां गल्लां दे भरम पाए ने जिन्हां विच लोग पूरी तरह फसे होए, जिन्हां विचों दो शब्द ने, एक सूतक ते एक पातक। सूतक शब्द उदों वरतिया जाता है जदों किसी दे घर किसी का जन्म होंदा, ते पातक उसनूं कहा जाता है जदों किसी की मृत्यु हो जाती। तो ब्राह्मण ने एक ख्याल दिता है लोगों नूं कि जे तुहाडे घर कोई जन्मेगा तो तुहाडा घर अपवित्र हो जाए। उस अपवित्र नूं पवित्र करन वास्ते तुहानूं ब्राह्मण नूं बुलाउणा पवेगा, ਉਹਦੇ ਤੋਂ पूजा पाठ कराउणा पवेगा, ਉਹਨੂੰ दक्षिणा देनी पवेगी, फिर तुहाडा घर पवित्र होवे। इसे तरह जे उस वाहिगुरू के हुक्म विच कोई जीव मर जाता तो तुहाडा घर अपवित्र हो गया, इहनूं पातक कहते। फिर उस अपवित्रता नूं दूर करने लई ब्राह्मण नूं बुलाउणा पवेगा। तो इन्हां भरमां विच भोली भाली जनता फसी हुई। तो भगत कबीर जी बड़ी विचार नाल कहंदे ने, कहो रे पंडिया कौन पविता, ऐसा ज्ञान जपो मेरे मीता। हे मेरे मित्र, इस गल की विचार करनी करो
ਕਿਉਂਕਿ ਪਵਿੱਤਰ ਕੌਣ ਹੈ ਤੇ ਅਪਵਿੱਤਰ ਕੌਣ ਹੈ। ਕਿਸ ਨੂੰ ਤੁਸੀਂ ਪਵਿੱਤਰ ਕਹਿੰਦੇ ਹੋ, ਕਿਸ ਨੂੰ ਅਪਵਿੱਤਰ ਕਹਿੰਦੇ ਹੋ। ਜਲ ਹੈ ਸੂਤਕ, ਥਲ ਹੈ ਸੂਤਕ, ਸੂਤਕ ਓਪਤ ਹੋਈ। ਜਲ ਦੇ ਲੱਲੇ ਨੂੰ ਸਿਆਰੀ ਹੈ, ਥਲ ਦੇ ਲੱਲੇ ਨੂੰ ਸਿਆਰੀ। ਜਲ ਹੈ ਸੂਤਕ, ਪਾਣੀ ਵਿੱਚ ਵੀ ਸੂਤਕ ਹੈ। ਕਿਤਨੇ ਜੀਵ ਜਨਮ ਲੈ ਰਹੇ ਜਿਹੜੇ ਪਾਣੀ ਵਿੱਚ ਹੀ ਜਨਮਦੇ ਹਨ। ਥਲ ਖੁਸ਼ਕੀ ਨੂੰ ਕਹਿੰਦੇ ਹਨ, ਰੇਤਲੇ ਇਲਾਕੇ ਨੂੰ ਕਹਿੰਦੇ ਨੇ, ਉੱਥੇ ਵੀ ਅਨੇਕਾਂ ਜੀਵ ਜੰਤੂ ਪੈਦਾ ਹੋ ਰਹੇ। ਗੱਲ ਕੀ ਇਹ ਸੰਸਾਰ ਦੀ ਸਾਰੀ ਖੇਡ ਜੋ ਓਪਤ ਹੈ, ਇਹ ਹਰ ਵੇਲੇ ਪੈਦਾ ਹੋ ਰਹੀ ਹੈ। ਤਾਂ ਫਿਰ ਸੂਤਕ ਤੇ ਹਰ ਜਗ੍ਹਾ। ਜਨਮੇ ਸੂਤਕ, ਮੂਏ ਫੁਨ ਸੂਤਕ, ਸੂਤਕ ਪਰਜ ਬਿਗੋਈ। ਕੋਈ ਜੰਮ ਪਿਆ ਤੇ ਸੂਤਕ ਹੋ ਗਿਆ, ਕੋਈ ਮਰ ਗਿਆ ਤੇ ਸੂਤਕ ਹੋ ਗਿਆ। ਇਸ ਤਰ੍ਹਾਂ ਸਾਰੀ ਪ੍ਰਜਾ ਨੂੰ, ਸਾਰੇ ਲੋਕਾਂ ਨੂੰ ਇਹਦੇ ਵਿੱਚ ਹੀ ਤੁਸੀਂ ਫਸਾਇਆ ਹੋਇਆ। ਲੋਕ ਇਸੇ ਚੱਕਰ ਵਿੱਚ ਨੇ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਵੀ ਇਸ ਸਬਜੈਕਟ ਤੇ ਆਸਾ ਕੀ ਵਾਰ ਦੇ ਅੰਦਰ ਬੜੀ ਖੁੱਲ੍ਹ ਕੇ ਵਿਚਾਰ ਕੀਤੀ। ਆਖਿਆ ਜੇ ਕਰ ਸੂਤਕ ਮੰਨੀਐ, ਸਭ ਤੇ ਸੂਤਕ ਹੋਏ। ਗੋਹੇ ਅਤੇ ਲੱਕੜੀ, ਅੰਦਰ ਕੀੜਾ ਹੋਏ। ਜੇਤੇ ਦਾਣੇ ਅੰਨ ਕੇ, ਜੀਆਂ ਬਾਝ ਨ ਕੋਏ। ਪਹਿਲਾ ਪਾਣੀ ਜਿਉ ਹੈ, ਜਿਤ ਹਰਿਆ ਸਭ ਕੋਏ। ਸੂਤਕ ਕਿਉਂ ਕਰ ਰਖੀਐ, ਸੂਤਕ ਪਵੈ ਰਸੋਏ। ਨਾਨਕ ਸੂਤਕ ਏਵ ਨ ਉਤਰੈ, ਗਿਆਨ ਉਤਾਰੈ ਧੋਏ। ਭਾਵੇਂ ਭਗਤ ਜੀ ਹਨ ਤੇ ਭਾਵੇਂ ਗੁਰੂ ਨਾਨਕ ਪਾਤਸ਼ਾਹ, ਇਹਨਾਂ ਨੇ ਭੋਲੀ ਭਾਰੀ ਜਨਤਾ ਤੇ ਪਰਉਪਕਾਰ ਕੀਤਾ। ਆਖਿਆ ਕੋਈ ਸੂਤਕ ਆਦਿਕ ਨਹੀਂ ਹੈਗਾ ਤੇ ਨਾ ਸੂਤਕ ਦੇ ਭਰਮ ਦੇ ਸ਼ਿਕਾਰ ਹੋ, ਕਿਉਂਕਿ ਸਭੋ ਸੂਤਕ ਭਰਮ ਹੈ, ਦੂਜੇ ਲੱਗੇ ਜਾਏ। ਜੰਮਣ ਮਰਨਾ ਹੁਕਮ ਹੈ, ਇਹ ਤਾਂ ਅਕਾਲ ਪੁਰਖ ਦਾ ਹੁਕਮ ਹੈ। ਜਿਹੜਾ ਜਨਮਿਆ ਉਹ ਮਰੇਗਾ ਵੀ ਜ਼ਰੂਰ। ਤੇ ਜਨਮ ਲੈਣ ਦੀ ਜੋ ਕਿਰਿਆ ਹੈ ਪਰਮਾਤਮਾ ਨੇ ਆਪ ਬਣਾਈ, ਤੇ ਜਿਹੜਾ ਜਨਮਿਆ ਉਸਨੇ ਭਾਈ ਮਰਨਾ ਵੀ ਜ਼ਰੂਰ। ਫਿਰ ਭਗਤ ਜੀ ਨੇ ਬੜੇ ਵਿਸਥਾਰ ਨਾਲ ਕਿਹਾ ਬਈ ਜਲ ਵਿੱਚ ਕਿਤਨੇ ਜੀਵ ਜਨਮ ਲੈ ਰਹੇ ਨੇ ਔਰ ਕਿਤਨੇ ਜਨਮ ਲੈ ਕੇ ਮਰ ਰਹੇ ਨੇ। ਖੁਸ਼ਕੀ ਵਿੱਚ ਕਿਤਨੇ ਜੀਵ ਜਨਮ ਲੈ ਰਹੇ ਨੇ ਤੇ ਥੋੜ੍ਹੇ ਸਮੇਂ ਬਾਅਦ ਮਰ ਵੀ ਰਹੇ ਨੇ। ਗੱਲ ਕੀ ਪਰਮਾਤਮਾ ਦਾ ਇਹ ਜਿਤਨਾ ਪ੍ਰਬੰਧ ਹੈ, ਇਹਦੇ ਵਿੱਚ ਹਰ ਵੇਲੇ ਕਿਧਰੇ ਜਨਮ ਹੋ ਰਿਹਾ, ਕਿਧਰੇ ਮਰਨ ਹੋ ਰਿਹਾ। ਤੋ ਜਨਮੇ ਸੂਤਕ ਮੂਏ ਫੁਨ ਸੂਤਕ, ਸੂਤਕ ਪਰਜ ਬਿਗੋਈ। ਇਹ ਸਾਰੀ ਸ੍ਰਿਸ਼ਟੀ ਦੇ ਜੀਵ ਜਿਹੜੇ ਹਨ, ਇਹਨਾਂ ਸਾਰਿਆਂ ਨੂੰ ਤੁਸੀਂ ਸੂਤਕ ਤੇ ਪਾਤਕ ਦੇ ਭਰਮ ਵਿੱਚ ਪਾਇਆ। ਬਗੋਈ ਦਾ ਮਤਲਬ ਹੈ ਬਿਗੁਚ ਰਹੀ ਹੈ, ਖੱਜਲ ਹੋ ਰਹੀ। ਇਸ ਲਈ ਆਓ ਵਿਚਾਰ ਕਰੀਏ ਕਿ ਇਹ ਸੂਤਕ ਹੈ ਕੀ। ਜੇ ਜੰਮਣਾ ਵੀ ਉਹਦੇ ਹੁਕਮ ਵਿੱਚ ਹੈ ਤੇ ਮਰਨਾ ਵੀ ਉਹਦੇ ਹੁਕਮ ਵਿੱਚ ਹੈ, ਇਹਦੇ ਨਾਲ ਫਿਰ ਅਪਵਿੱਤਰਤਾ ਕਿਵੇਂ ਹੋ ਗਈ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਹਨੂੰ ਹੋਰ ਖੋਲ੍ਹਿਆ। ਆਖਿਆ ਜਿਹੜਾ ਸੂਤਕ ਛੱਡਣ ਦੀ ਲੋੜ ਆ ਉਧਰ ਤੇ ਤੁਸੀਂ ਜਾਂਦੇ ਨਹੀਂ। ਮਨ ਕਾ ਸੂਤਕ ਲੋਭ ਹੈ, ਜੇਵਾ ਸੂਤਕ ਕੂੜ। ਅੱਖੀਂ ਸੂਤਕ ਵੇਖਣਾ, ਪਰ ਤ੍ਰੇ ਪਰ ਧਨ ਰੂਪ। ਕੰਨੀ ਸੂਤਕ ਕੰਨ ਪੈ, ਲਾਇ ਤਬਾਰੀ ਖਾਏ।
ਨਾਨਕ ਹੰਸਾਂ ਆਦਮੀ ਬੱਧੇ ਜੰਮਪੁਰ ਜਾਏ। ਭਾਈ ਜਿਹੜਾ ਸੂਤਕ ਤਿਆਗਣ ਦੀ ਲੋੜ ਹੈ ਉਧਰ ਸਾਡਾ ਧਿਆਨ ਕੋਈ। ਬਾਕੀ ਇਹ ਜਿਹੜਾ ਸੰਸਾਰ ਦੀ ਉਤਪਤੀ ਤੇ ਵਿਨਾਸ਼ ਹੈ ਇਹ ਤਾਂ ਉਸ ਦਾ ਭਾਣਾ ਹੈ, ਹੁਕਮ ਹੈ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਇਸ ਨੂੰ ਕਿਸੇ ਤਰ੍ਹਾਂ ਟਾਲਿਆ ਨਹੀਂ ਜਾ ਸਕਦਾ। ਤੋ ਇਸ ਲਈ ਹੈ ਪੰਡਿਤ, ਤੂੰ ਆਪਣੀ ਵਿਦਿਆ ਨੂੰ ਇਸ ਪਾਸੇ ਵਰਤਣਾ ਕਰ ਤੇ ਇਹ ਵਿਚਾਰ ਕਰ, ਕਹੋ ਰੇ ਪੰਡਿਆ ਕੌਣ ਪਵੀਤਾ, ਐਸਾ ਗਿਆਨ ਜਪੋ ਮੇਰੇ ਮੀਤਾ। ਹੁਣ ਇਹ ਗੱਲ ਆਮ ਸਿੰਪਲ ਸਧਾਰਨ ਵਿਅਕਤੀ ਨੂੰ ਸਮਝ ਆ ਸਕਦੀ, ਪਰ ਇਹ ਜਿਹੜੇ ਬ੍ਰਾਹਮਣ ਦੇ ਪਾਏ ਹੋਏ ਭਰਮ ਜਾਲ ਨੇ ਉਹਨਾਂ ਵਿੱਚੋਂ ਲੋਕ ਨਿਕਲਣ ਲਈ ਤਿਆਰ ਨਹੀਂ, ਕਿਉਂਕਿ ਸਦੀਆਂ ਤੋਂ ਪੀੜ੍ਹੀ ਦਰ ਪੀੜ੍ਹੀ ਇਹ ਭਰਮ ਪੱਕ ਗਏ। ਤੋ ਗੁਰੂ ਮਹਾਰਾਜ ਨੇ ਤੇ ਇਹਦਾ ਹੱਲ ਇੱਕੋ ਹੀ ਦੱਸਿਆ ਕਿ ਸਭੋ ਸੂਤਕ ਭਰਮ ਹੈ। ਇਹ ਸਭ ਭਰਮ ਹੈ। ਭਰਮ ਦੂਰ ਤਾਂ ਹੋ ਸਕਦਾ ਹੈ ਜੇ ਚਾਨਣ ਹੋਵੇ, ਚਾਨਣ ਦਾ ਮਤਲਬ ਗਿਆਨ ਹੋਵੇ, ਨਹੀਂ ਤੇ ਇਸ ਸੂਤਕ ਪਾਤਕ ਤੋਂ ਬਚਣਾ ਬੜਾ ਮੁਸ਼ਕਲ। ਜਲ ਹੈ ਸੂਤਕ, ਥਲ ਹੈ ਸੂਤਕ, ਸੂਤਕ ਉਪਤ ਹੋਈ। ਜਨਮੇ ਸੂਤਕ, ਮੂਏ ਫੁਨ ਸੂਤਕ, ਸੂਤਕ ਪਰਜ ਬਿਗੋਈ। ਕਹੋ ਰੇ ਪੰਡਿਆ ਕਮਨ ਪਵੀਤਾ, ਐਸਾ ਗਿਆਨ ਜਪੋ ਮੇਰੇ ਮੀਤਾ। ਹੇ ਮੇਰੇ ਮਿੱਤਰ, ਆਪ ਵੀ ਭਰਮਾਂ ਤੋਂ ਬਚ ਤੇ ਦੂਜਿਆਂ ਨੂੰ ਵੀ ਭਰਮਾਂ ਤੋਂ ਬਚਣ ਦੇ। ਇਹ ਸੂਤਕ ਤੋਂ ਕੋਈ ਕਿਵੇਂ ਬਚ ਸਕਦਾ? ਨੈਨੋ ਸੂਤਕ, ਬੈਨੋ ਸੂਤਕ, ਸੂਤਕ ਸ਼੍ਰਵਣੀ ਹੋਈ। ਅੱਖਾਂ ਨਾਲ ਅਸੀਂ ਦੇਖਦੇ ਹਾਂ, ਬਚਨਾਂ ਨਾਲ ਅਸੀਂ ਬੋਲਦੇ ਹਾਂ, ਕੰਨਾਂ ਨਾਲ ਅਸੀਂ ਸੁਣਦੇ ਹਾਂ। ਹੁਣ ਇੱਧਰ ਅਸੀਂ ਬਚ ਤਾਂ ਸਕਦੇ ਹਾਂ ਕਿ ਅੱਖਾਂ ਦੇ ਨਾਲ ਪਰਾਈ ਇਸਤਰੀ ਨੂੰ ਤੱਕ ਕੇ ਮਨ ਵਿੱਚ ਵਿਕਾਰ ਨਾ ਪੈਦਾ ਕਰੀ। ਬੋਲਾਂ ਦੁਆਰਾ ਅਸੀਂ ਕੋਈ ਇਹੋ ਜਿਹੀ ਗੱਲ ਨਾ ਬੋਲੀਏ ਜਿਹਦੇ ਬੋਲਣ ਦੇ ਨਾਲ ਸਾਡੀ ਰਸਨਾ ਅਪਵਿੱਤਰ ਹੋ ਜਾਏ। ਕੰਨਾਂ ਦੇ ਨਾਲ ਅਸੀਂ ਕੋਈ ਇਹੋ ਜਿਹੇ ਬੋਲ ਨਾ ਸੁਣੀਏ ਜਿਨ੍ਹਾਂ ਦੇ ਸੁਣਨ ਕਰਕੇ ਸਾਡੇ ਕੰਨ ਅਪਵਿੱਤਰ ਹੋ ਜਾਣ। ਆਖਿਆ ਜੇ ਤੂੰ ਇਹਨਾਂ ਭਰਮਾਂ ਵਿੱਚ ਪਿਆ ਰਿਹਾ, ਉਠਤ ਬੈਠਤ ਸੂਤਕ ਲਾਗੈ, ਸੂਤਕ ਪਰੈ ਰਸੋਈ। ਆਖਿਆ ਇਸ ਤਰ੍ਹਾਂ ਉੱਠਦਿਆਂ ਵੀ ਬਹਿੰਦਿਆਂ ਵੀ ਹਰ ਵੇਲੇ ਸੂਤਕ ਚੰਬੜਿਆ ਰਹੇ, ਕਿਉਂਕਿ ਸਾਡੀ ਰਸੋਈ ਦੇ ਅੰਦਰ ਪਾਣੀ ਦੀ ਵਰਤੋਂ ਕੀਤੀ ਜਾਂਦੀ ਤੇ ਪਾਣੀ ਜਿਹੜਾ ਹੈ ਉਸ ਵਿੱਚ ਕਿਤਨੇ ਜੀਵ ਹਨ ਕੋਈ ਗਿਣ ਨਹੀਂ ਸਕਦਾ। ਬਾਬਾ ਨਾਨਕ ਜੀ ਤੇ ਕਹਿੰਦੇ ਨੇ ਪਹਿਲਾ ਪਾਣੀ ਜੀਓ ਹੈ, ਚਿੱਤ ਹਰਿਆ ਸਭ ਕੋਏ। ਆਖਿਆ ਪਾਣੀ ਤਾਂ ਜਿੰਦ ਦਾ ਮੁੱਢ ਹੈ ਔਰ ਇਸ ਤੋਂ ਬਿਨਾਂ ਸਾਡੀ ਰਸੋਈ ਦਾ ਲੰਗਰ ਦਾ ਕੋਈ ਕੰਮ ਚੱਲ ਹੀ ਨਹੀਂ ਸਕਦਾ। ਇਸ ਲਈ ਇਸ ਸੂਤਕ ਤੋਂ ਬਚੀ। ਬਾਹਰਲੀ ਸੁਚਮਤਾ ਤੇ ਅਸੀਂ ਕਰ ਲਈ, ਲੋਕਾਂ ਨੂੰ ਕਰਾ ਲਈ। ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਵਿੱਚ ਇੱਕ ਬੜੀ ਖੂਬਸੂਰਤ ਸਾਖੀ ਹੁੰਦੀ। ਕਹਿੰਦੇ ਕਿਸੇ ਤੀਰਥ ਦੇ ਕਿਨਾਰੇ, ਕੋਈ ਹਰਿਦੁਆਰ ਕਹਿੰਦਾ, ਕੋਈ ਹੋਰ ਤੀਰਥ ਕਹਿੰਦਾ, ਮਹਾਰਾਜ ਨੇ ਕਰਮ ਕਾਂਡੀ ਪੰਡਿਤ ਨੂੰ ਦੇਖਿਆ ਜਿਹੜਾ ਕਿ ਗੋਹੇ ਦੇ ਗਊ ਦੇ ਗੋਬਰ ਨਾਲ ਚੌਕਾ ਦੇ ਕੇ ਸੁੱਚਾ ਕਰਦਾ, ਫਿਰ ਗੰਗਾ ਵਿੱਚੋਂ ਲੱਕੜੀਆਂ ਧੋ ਕੇ ਲਿਆਉਂਦਾ, ਅੱਗ ਬਾਲਦਾ, ਫਿਰ ਇੱਕ ਲਕੀਰ ਜੀ ਖਿੱਚਦਾ ਜਿਹਨੂੰ ਕਾਰ ਕੱਢਣੀ ਕਹਿੰਦੇ,
ਤੇ ਗੁਰੂ ਨਾਨਕ ਪਾਤਸ਼ਾਹ ਇਹੋ ਜਿਹੇ ਭਰਮਾਂ ਨੂੰ ਪੱਟਣ ਵਾਸਤੇ ਜਗ੍ਹਾ ਜਗ੍ਹਾ ਤੇ ਜਾਂਦੇ। ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਕਿਹਾ, ਮਰਦਾਨਾ ਜੀ ਜਾਓ ਪੰਡਤ ਜੀ ਕੋਲੋਂ ਥੋੜ੍ਹੀ ਜਿਹੀ ਅੱਗ ਲੈ ਆਓ, ਆਪਾਂ ਵੀ ਕੋਈ ਲੰਗਰ ਪਾਣੀ ਦਾ ਆਰ ਪਾਰ ਕਰ ਲਈ। ਮਰਦਾਨਾ ਜੀ ਐਸੇ ਗੁਰੂ ਦੇ ਸੇਵਕ ਨੇ ਜਿਨ੍ਹਾਂ ਨੇ ਕਦੇ ਗੁਰੂ ਦੇ ਹੁਕਮ ਦੀ ਉਲੰਘਣਾ ਨਹੀਂ ਕੀਤੀ। ਮੈਂ ਤੇ ਕਿਹਾ ਕਰਦਾ ਕਿ ਉਹ ਸਮੁੱਚੀ ਮਨੁੱਖਤਾ ਦੇ ਪ੍ਰਤੀਨਿਧ ਹਨ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜੋ ਵੀ ਕੌਤਕ ਵਰਤਾਏ ਨੇ, ਉਹਨਾਂ ਵਿੱਚ ਭਾਈ ਮਰਦਾਨਾ ਜੀ ਦਾ ਬਹੁਤ ਵੱਡਾ ਰੋਲ ਹੈ। ਉਹ ਹੁਕਮ ਮੰਨ ਕੇ ਚਲੇ ਗਏ। ਪੰਡਤ ਜੀ ਨੂੰ ਜਾ ਕੇ ਕਹਿਣ ਲੱਗੇ, ਪੰਡਤ ਜੀ ਥੋੜ੍ਹੀ ਜਿਹੀ ਅੱਗ ਸਾਨੂੰ ਵੀ ਦੇ ਦਿਓ, ਤਾਂ ਜੋ ਅਸੀਂ ਅੱਗ ਬਾਲ ਕੇ ਕੋਈ ਲੰਗਰ ਪਾਣੀ ਦਾ ਆਹਰ ਕਰ ਲਈ। ਪੰਡਤ ਜੀ ਬੜੇ ਗੁੱਸੇ ਵਿੱਚ ਆ ਕੇ ਬੋਲੇ, ਤੂੰ ਕੌਣ ਹੈ? ਹੁਣ ਮਰਦਾਨਾ ਜੀ ਨੂੰ ਤੇ ਸੱਚ ਬੋਲਣਾ ਸਿਖਾਇਆ। ਕਹਿਣ ਲੱਗੇ, ਮੈਂ ਮਰਦਾਨਾ ਹਾਂ, ਮੈਂ ਮਰਾਸੀ ਹਾਂ, ਮੈਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਸੇਵਾਦਾਰ ਹਾਂ। ਬਸ ਮਰਦਾਨੇ ਦਾ ਨਾਮ ਤੇ ਮਰਾਸੀ ਦਾ ਨਾਮ ਸੁਣਦਿਆਂ ਤਾਂ ਪੰਡਤ ਜੀ ਤੇ ਲੋਹੇ ਲਾਖੇ ਹੋ ਗਏ। ਉਹਨਾਂ ਨੇ ਤਾਂ ਬਲਦੀ ਹੋਈ ਅੱਗ ਵਿੱਚੋਂ ਇੱਕ ਚੁਆਤੀ ਚੁੱਕ ਲਈ ਤੇ ਮਰਦਾਨੇ ਦੇ ਪਿੱਛੇ ਪਿੱਛੇ ਦੌੜ ਗਏ। ਮਰਦਾਨਾ ਜੀ ਅੱਗੇ ਅੱਗੇ ਤੇ ਪਿੱਛੇ ਪੰਡਤ ਜੀ। ਮਰਦਾਨਾ ਜੀ ਨੇ ਤੇ ਸੂਟ ਪੱਟੀ ਤੇ ਗੁਰੂ ਨਾਨਕ ਪਾਤਸ਼ਾਹ ਕੋਲ ਪਹੁੰਚੇ ਤੇ ਗੁਰੂ ਨਾਨਕ ਪਾਤਸ਼ਾਹ ਵੇਖ ਕੇ ਕਹਿਣ ਲੱਗੇ, ਪੰਡਤ ਜੀ ਕੀ ਗੱਲ ਹੋ ਗਈ? ਅਸੀਂ ਤੇ ਥੋੜ੍ਹੀ ਜਿਹੀ ਅੱਗ ਮੰਗੀ ਸੀ ਤੇ ਤੁਸੀਂ ਐਡੀ ਵੱਡੀ ਚੁਆਤੀ ਚੁੱਕ ਕੇ ਆ ਗਏ। ਪੰਡਤ ਜੀ ਦਾ ਗੁੱਸਾ ਸਾਂਭਿਆ ਨਾ ਜਾਏ। ਉਹਨਾਂ ਕਿਹਾ, ਇਸ ਬੰਦੇ ਨੇ ਮੇਰੀ ਰਸੋਈ ਅਪਵਿੱਤਰ ਕਰ ਦਿੱਤੀ। ਮੈਂ ਕਰਮਕਾਂਡੀ ਪੰਡਿਤ ਹਾਂ। ਗਊ ਦਾ ਗੋਬਰ ਲਿਆ ਕੇ ਮੈਂ ਚੌਂਕਾ ਸੁੱਚਾ ਕੀਤਾ, ਗੰਗਾ ਦੇ ਜਲ ਨਾਲ ਇਸ਼ਨਾਨ ਕਰਕੇ ਮੈਂ ਆਪਣਾ ਪਿੰਡਾ ਧੋਤਾ, ਫਿਰ ਮੈਂ ਲੱਕੜੀਆਂ ਗੰਗਾ ਦੇ ਪਾਣੀ ਨਾਲ ਧੋ ਕੇ ਲਿਆਂਦੀਆਂ। ਇਹਨੇ ਮੇਰਾ ਸਭ ਕੁਝ ਅਪਵਿੱਤਰ ਕਰ ਦਿੱਤਾ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਪੰਡਤ ਜੀ ਇਹਨੇ ਕਿਵੇਂ ਅਪਵਿੱਤਰ ਕਰ ਦਿੱਤਾ? ਕਹਿੰਦੇ ਸ਼ੂਦਰ ਹੈ। ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਚਲੋ ਬਾਹਰਲੇ ਸ਼ੂਦਰਾਂ ਤੋਂ ਬਚਣ ਦਾ ਤੇ ਤੁਸੀਂ ਯਤਨ ਕੀਤਾ, ਪਰ ਜਿਹੜੇ ਸ਼ੂਦਰ ਤੁਹਾਡੇ ਅੰਦਰ ਬੈਠੇ ਨੇ। ਬੜਾ ਹੈਰਾਨ ਹੋ ਕੇ ਪੰਡਿਤ ਕਹਿਣ ਲੱਗਾ, ਮੇਰੇ ਅੰਦਰ ਸ਼ੂਦਰ? ਮੈਂ ਬ੍ਰਾਹਮਣ ਹਾਂ, ਮੇਰੇ ਨੇੜੇ ਤੇ ਸ਼ੂਦਰ ਦਾ ਪਰਛਾਵਾਂ ਨਹੀਂ ਆ ਸਕਦਾ। ਮਹਾਰਾਜ ਕਹਿਣ ਲੱਗੇ, ਪੰਡਤ ਜੀ ਕਬੁੱਧ ਡੂਮਣੀ ਕੋ ਦਇਆ ਕਸਾਇਣ, ਪਰ ਨਿੰਦਾ ਘਟ ਚੂੜੀ, ਮੁੱਠੀ ਕ੍ਰੋਧ ਚੰਡਾਲ। ਹੁਣ ਧਿਆਨ ਨਾਲ ਇਹਨਾਂ ਪੰਕਤੀਆਂ ਦੇ ਅਰਥ ਵਿਚਾਰਨੇ, ਫਿਰ ਇਹ ਵੇਖਣਾ ਕਿ ਕਿਤੇ ਸਾਡੇ ਅੰਦਰ ਵੀ ਤੇ ਸਭ ਕੁਝ ਨਹੀਂ। ਕਬੁੱਧ ਦਾ ਮਤਲਬ ਹੈ ਖੋਟੀ ਬੁੱਧ ਰੂਪੀ ਮਰਾਸਣ। ਕੋ ਦਇਆ ਕਸਾਇਣ, ਦੂਜਿਆਂ ਉੱਤੇ ਦਇਆ ਨਾ ਕਰਨੀ, ਇਹ ਕਸਾਇਣ ਵਾਲਾ ਸੁਭਾਅ। ਤੇ ਪਰ ਨਿੰਦਾ ਘਟ ਚੂੜੀ, ਦੂਜਿਆਂ ਦੀ ਨਿੰਦਿਆ ਕਰਨੀ, ਇਹ ਉਹਨਾਂ ਦੀ ਗੰਦਗੀ ਧੋਣ ਵਾਲੀ ਚੂੜੀ। ਤੇ ਮੁੱਠੀ ਕ੍ਰੋਧ ਚੰਡਾਲ, ਤੁਹਾਡੀ ਜੋ ਬੁੱਧੀ ਸੋਚਣ ਸ਼ਕਤੀ ਹੈ ਉਹ ਕ੍ਰੋਧ ਚੂਬੀ ਚੰਡਾਲ ਨੇ ਕਾਬੂ ਕੀਤੀ ਹੋਈ। ਜ਼ਰਾ ਧਿਆਨ ਮਾਰੀਏ, ਕਿਧਰੇ ਸਾਰੀਆਂ ਚੀਜ਼ਾਂ ਸਾਡੇ ਅੰਦਰ ਵੀ ਤੇ ਨਹੀਂ। ਆਖਿਆ, ਪੰਡਤ ਜੀ ਕਬੁੱਧ ਡੂਮਣੀ ਕੋ ਦਇਆ ਕਸਾਇਣ, ਪਰ ਨਿੰਦਾ ਘਟ ਚੂੜੀ, ਮੁੱਠੀ ਕ੍ਰੋਧ ਚੰਡਾਲ। ਕਾਰੀ ਕੱਢੀ ਕਿਆ ਥੀਐ, ਜਾਂ ਚਾਰੇ ਬੈਠੀਆਂ ਨਾਲ। ਆਖਿਆ, ਤੁਹਾਡੀਆਂ ਬਾਹਰੋਂ ਲਕੀਰਾਂ ਮਾਰੀਆਂ ਕੀ ਕਰਨ? ਇਹ ਤੁਹਾਡਾ ਗਊ ਦੇ ਗੋਬਰ ਨਾਲ ਚੌਂਕਾ ਸੁੱਚਾ ਕੀ ਕਰੇਗਾ? ਇਹ ਲੱਕੜੀਆਂ ਗੰਗਾ ਦੇ ਪਾਣੀ ਨਾਲ ਧੋ ਕੇ ਬਾਲੀਆਂ ਕੀ ਕਰਨਗੀਆਂ, ਜੇ ਤੁਹਾਡੇ ਅੰਦਰ ਇਹ ਚਾਰੇ ਸ਼ੂਦਰਨੀਆਂ ਬੈਠੀਆਂ। ਹੁਣ ਲੋੜ ਹੈ ਕਿ ਅਸੀਂ ਆਪਣੇ ਅੰਦਰ ਵਿਚਾਰ ਕੇ ਦੇਖੀਏ
ਬਾਬਾ ਨਾਨਕ ਜੀ ਕਹਿੰਦੇ ਮਨ ਕਾ ਸੂਤਕ ਲੋਭ ਹੈ, ਜੇਵਾ ਸੂਤਕ ਕੂੜ, ਅੱਖੀਂ ਸੂਤਕ ਵੇਖਣਾ, ਪਰ ਤ੍ਰੇ ਪਰ ਧਨ ਰੂਪ, ਕੰਨੀ ਸੂਤਕ ਕੰਨ ਪੈ, ਲਾਏ ਤਬਾਰੀ ਖਾਏ, ਨਾਨਕ ਹੰਸਾ ਆਦਮੀ ਬੱਧੇ ਜਮ ਭੁਰ ਜਾਏ, ਨੈਨੋ ਸੂਤਕ ਬੈਨੋ ਸੂਤਕ, ਸੂਤਕ ਸ਼੍ਰਮਣੀ ਹੋਈ, ਉਠਤ ਬੈਠਤ ਸੂਤਕ ਲਾਗੈ, ਸੂਤਕ ਪਰੈ ਰਸੋਈ। ਲਓ ਤੀਜੇ ਪਦ ਵਿੱਚ ਭਗਤ ਜੀ ਕਹਿੰਦੇ ਨੇ ਫਾਸਣ ਕੀ ਬਿਦ ਸਭ ਕੋ ਜਾਣੈ, ਛੂਟਣ ਕੀ ਇੱਕ ਕੋਈ। ਆਖਿਆ ਇਹਨਾਂ ਭਰਮਾਂ ਵਿੱਚ ਫਸਣ ਦਾ ਤਰੀਕਾ ਤੇ ਸਭ ਨੂੰ ਆਉਂਦਾ। ਭਾਵ ਜੋ ਇਹਨਾਂ ਨੇ ਬ੍ਰਾਹਮਣਾਂ ਨੇ ਭਰਮ ਪਾਏ ਨੇ ਉਹਨਾਂ ਨੂੰ ਮੰਨੀ ਜਾਓ ਤੇ ਫਸੇ ਹੋਏ ਹੋ, ਤੇ ਸੱਚਮੁੱਚ ਅਸੀਂ ਛੱਡਦੇ ਨਹੀਂ ਹੈ। ਜਿਵੇਂ ਲਹਿੰਦੇ ਤੇ ਚੜ੍ਹਦੇ ਦਾ ਭਰਮ ਪਿਆ ਹੋਇਆ। ਮੈਨੂੰ ਵਾਕਈ ਘਟਨਾ ਯਾਦ ਹੈ। ਕਿਸੇ ਬੱਚੇ ਨੂੰ ਸ਼ਗਨ ਲੱਗਣਾ ਸੀ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ। ਦਾਸ ਧਾਬਿਆ ਬੈਠਾ ਸੀ। ਬੱਚੇ ਦਾ ਮੂੰਹ ਗੁਰੂ ਗ੍ਰੰਥ ਸਾਹਿਬ ਜੀ ਵੱਲ ਸੀ। ਸਾਈਡ ਤੋਂ ਇੱਕ ਬੁੱਢੀ ਮਾਈ ਬੋਲੀ, ਬੇ ਕਾਕਾ ਮੂੰਹ ਤੇ ਚੜ੍ਹਦੇ ਵੱਲ ਕਰ ਲੈ। ਮੇਰਾ ਹਾਸਾ ਨਿਕਲ ਗਿਆ। ਮੈਂ ਕਿਹਾ ਮਾਈ ਇਹ ਮੂੰਹ ਗੁਰੂ ਗ੍ਰੰਥ ਸਾਹਿਬ ਵੱਲ ਕਰੇ ਕਿ ਚੜ੍ਹਦੇ ਵੱਲ ਕਰੇ? ਸਾਡਾ ਗੁਰੂ ਤੇ ਕਹਿੰਦਾ ਜ਼ਮੀ ਜ਼ਮਾਨ ਕਹਿ ਬਿਖੇ, ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਦ ਹੈ, ਨਾ ਬਾਦ ਘਾਟ ਹੋਤ ਹੈ। ਭਾਈ ਇਹ ਫਸਣ ਦੇ ਤਰੀਕੇ ਤੇ ਸਭ ਨੂੰ ਆਉਂਦੇ। ਫਾਸਣ ਕੀ ਬਿਦ ਸਭ ਕੋ ਜਾਣੈ, ਛੂਟਣ ਕੀ ਇੱਕ ਕੋਈ। ਕਹਿ ਕਬੀਰ ਰਾਮ ਹਿਰਦੈ ਵਿਚਾਰੈ, ਸੂਤਕ ਤਿਨੈ ਨਾ ਹੋਈ। ਕਬੀਰ ਜੀ ਕਹਿੰਦੇ ਪਿਆਰਿਓ, ਜਿਹੜਾ ਆਪਣੇ ਹਿਰਦੇ ਵਿੱਚ ਰਾਮ ਦੇ ਨਾਮ ਦੀ ਵਿਚਾਰ ਕਰੇ, ਜਿਹੜਾ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੇਗਾ, ਸੂਤਕ ਤਿਨੇ ਨਾ ਹੋਈ। ਤੋ ਗੱਲ ਕੀ ਭਗਤ ਜੀ ਨੇ ਬੜੀ ਕਿਰਪਾ ਕੀਤੀ। ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਹੋਰ ਚੰਗੀ ਤਰ੍ਹਾਂ ਖੋਲ ਦਿੱਤਾ। ਆਖਿਆ ਸਭੋ ਸੂਤਕ ਭਰਮ ਹੈ, ਦੂਜਾ ਲੱਗੇ ਜਾਏ। ਜੇ ਭਾਈ ਤੁਸੀਂ ਸੂਤਕ ਤੋਂ ਬਚਣਾ ਤੇ ਮਨ ਵਿੱਚ ਭੈੜੇ ਵਿਚਾਰ ਵਿਕਾਰ ਨਾ ਪੈਦਾ ਕਰੋ। ਤੋ ਸਾਰੇ ਸ਼ਬਦ ਦਾ ਨਿਚੋੜ ਕਹੋ ਰੇ ਪੰਡਿਆ ਕੌਣ ਪਵੀਤਾ, ਐਸਾ ਗਿਆਨ ਜਪੋ ਮੇਰੇ ਮੀਤਾ। ਹੇ ਮੇਰੇ ਪੰਡਿਤ ਵਿਦਵਾਨ ਮਿੱਤਰ, ਇਹੋ ਜਿਹੀ ਵਿਚਾਰ ਕਰ ਜਿਹਦੇ ਨਾਲ ਤੂੰ ਵੀ ਭਰਮਾਂ ਤੋਂ ਬਚ ਜਾਏ ਤੇ ਇਹ ਤੇਰੇ ਸ਼ਰਧਾਲੂ ਲੋਕ ਵੀ ਬਚ ਜਾਣ। ਭਗਤ ਜੀ ਨੇ ਤਾਂ ਆਪਣੇ ਲਈ ਸਪਸ਼ਟ ਕਹਿ ਦਿੱਤਾ, ਪੰਡਤ ਮੁੱਲਾ ਛਾਡੇ ਦੋ, ਛਾੜ ਚਲੇ ਹਮਰਾ ਝਗੜਾ ਰਹਾ ਨ ਕੋ। ਪੰਡਤ ਮੁੱਲਾ ਛਾਡੇ ਦੋ, ਪੰਡਤ ਮੁੱਲਾ ਜੋ ਲਿਖ ਦਿਆ, ਛਾੜ ਚਲੇ ਹਮ ਕਛੂ ਨ ਲਿਆ। ਤੋ ਗੱਲ ਕੀ ਗੁਰੂ ਮਹਾਰਾਜ ਨੇ ਤਥਾ ਭਗਤ ਕਬੀਰ ਜੀ ਨੇ ਸਾਡਾ ਇਹ ਭਰਮ ਦੂਰ ਕਰਦਿਆਂ ਕਿਹਾ ਕਿ ਇਹ ਸੂਤਕ ਭਰਮ ਹੈ, ਇਸ ਭਰਮ ਤੋਂ ਬਚੋ ਤੇ ਇੱਕ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।